ਇਹ ਵਾਰ ਬਲਵੰਡ ਅਤੇ ਸੱਤੇ ਨੇ ਗੁਰੂਆਂ ਦੀ ਉਸਤਤ ਦੇ ਵਿੱਚ ਗਾਈ ਹੈ। ਪਰ ਗੁਰੂਆਂ ਦੀ ਉਸਤਤ ਕਿਵੇਂ ਹੋਈ, ਫਿਰ ਤੋਂ ਆਪਾਂ ਇੱਕ ਵਾਰ ਸਮਝੀਏ। ਪਹਿਲਾਂ ਇਹ ਦੋਨੋਂ ਰਬਾਬੀ ਕੀਰਤਨ ਕਰਦੇ ਸਨ ਤੇ ਕੀਰਤਨ ਕਰਦੇ ਕਰਦੇ ਲੋਭ ਲਾਲਚ ਜ਼ਿਆਦਾ ਵੱਧ ਗਿਆ। ਗੁਰੂ ਨੂੰ ਵੀ ਤੇ ਪਤਾ ਤੇ ਲੱਗ ਹੀ ਜਾਂਦਾ ਹੈ ਨਾ, ਭਾਵੇਂ ਤੁਸੀਂ ਨਾਮ ਹੀ ਦੱਸੋ, ਗੁਰੂ ਜਾਣਦਾ ਹੈ। ਤੋ ਉਸ ਲੋਭ ਲਾਲਚ ਕਰਕੇ ਫਿਰ ਗੁਰੂ ਤੋਂ ਦੂਰੀ ਹੋਈ। ਕਿਉਂਕਿ ਜੋ ਚਾਹਿਆ ਸੀ, ਜੋ ਮੰਗਿਆ ਸੀ, ਜੋ ਇੱਛਾ ਸੀ, ਉਹ ਪੂਰੀ ਨਹੀਂ ਨਾ ਹੋਈ। ਜਦੋਂ ਇੱਛਾ ਪੂਰੀ ਨਹੀਂ ਹੁੰਦੀ ਹੈ ਤੇ ਗੁਰੂ ਦੇ ਨਾਲ ਵੀ ਵਿਰੋਧ ਹੁੰਦਾ ਹੈ ਕਿ ਜੋ ਮੈਂ ਮੰਗਿਆ ਸੀ ਉਹ ਮਿਲਿਆ, ਮੇਰੇ ਨਾਲ ਧੋਖਾ ਕੀਤਾ। ਇਵੇਂ ਕਿਹਾ ਹੋਵੇਗਾ ਨਾ ਉਹਨਾਂ ਨੇ ਵੀ ਚੜਾਵਾ ਬਹੁਤ ਆਉਂਦਾ ਸੀ ਤੇ ਅੱਜ ਚੜਾਵਾ ਹੀ ਨਹੀਂ ਆਇਆ ਹੈ ਤੇ ਸਾਡੇ ਨਾਲ ਧੋਖਾ ਹੋਇਆ। ਗੁਰੂ ਦੇ ਵਿੱਚ ਔਗਣ ਦਿਖਾਈ ਦੇਣ ਲੱਗ ਗਏ ਹੋਣਗੇ, ਇਸੇ ਕਰਕੇ ਨਾਰਾਜ਼ਗੀ ਹੋਈ ਨਾ। ਫਿਰ ਗੁਰੂ ਦੇ ਨਾਲ ਵਿਰੋਧ ਹੋਇਆ, ਈਰਖਾ ਹੋਈ, ਅਪਸ਼ਬਦ ਬੋਲੇ ਗਏ। ਉਹਦੇ ਨਾਲ ਕੀ ਹੋਇਆ, ਗੁਰੂ ਤੋਂ ਦੂਰੀ ਹੋ ਗਈ। ਪਹਿਲਾਂ ਨੇੜਤਾ ਬਹੁਤੀ ਨਹੀਂ ਸੀ, ਅਗਰ ਜ਼ਿਆਦਾ ਨੇੜਤਾ ਹੁੰਦੀ ਤੇ ਫਿਰ ਤੇ ਦੂਰੀ ਹੋਣੀ ਨਹੀਂ ਸੀ, ਉੱਪਰੋਂ ਉੱਪਰੋਂ ਸੀ, ਬਾਹਰੋਂ ਸੀ। ਇਸੇ ਕਰਕੇ ਵਿਰੋਧ ਹੋਇਆ ਨਾ, ਤੇ ਵਿਰੋਧ ਕਰਕੇ ਗੁਰੂ ਤੋਂ ਦੂਰੀ ਹੋ ਜਾਂਦੀ ਹੈ। ਤੇ ਜਿੰਨੀ ਦੂਰੀ ਹੁੰਦੀ ਹੈ ਨਾ, ਓਨਾ ਹੀ ਫਿਰ ਲੱਗਦਾ ਹੈ ਵੀ ਗੁਰੂ ਬਹੁਤ ਪਿਆਰਾ ਸੀ। ਤੁਸੀਂ ਆਮ ਸਾਧਾਰਨ ਜੀਵਨ ਦੇ ਵਿੱਚ ਵੀ ਐਸਾ ਦੇਖਿਆ ਹੋਵੇਗਾ, ਜਿਹਦੇ ਨਾਲ ਤੁਸੀਂ ਬਹੁਤ ਪ੍ਰੇਮ ਕਰਦੇ ਹੋ ਨਾ, ਉਦੋਂ ਅਹਿਸਾਸ ਨਹੀਂ ਹੁੰਦਾ ਹੈ ਜਦੋਂ ਕੋਲੇ ਹੋਵੇ। ਜਦੋਂ ਕੋਈ ਵਿਰੋਧ ਹੋ ਜਾਵੇ, ਦੂਰੀ ਹੋ ਜਾਵੇ, ਤੇ ਫਿਰ ਆਪਾਂ ਨੂੰ ਪਤਾ ਲੱਗਦਾ ਵੀ ਉਹ ਤੇ ਬਹੁਤ ਪ੍ਰੇਮ ਕਰਦਾ ਸੀ। ਫਿਰ ਉਹਦੇ ਗੁਣ ਚੇਤੇ ਆਉਣ ਲੱਗ ਜਾਂਦੇ ਹਨ। ਫਿਰ ਵੈਰਾਗ ਪੈਦਾ ਹੁੰਦਾ ਹੈ, ਜਿਹਨੂੰ ਬਿਰਹਾ ਕਹਿੰਦੇ ਆ। ਫਿਰ ਆਪਣੀ ਭੁੱਲ ਤੇ ਆਪਣੀਆਂ ਗਲਤੀਆਂ ਤੇ ਪਛਤਾਵਾ ਵੀ ਹੁੰਦਾ ਹੈ ਵੀ ਅਸੀਂ ਗੁਰੂ ਨੂੰ ਧੋਖਾ ਦਿੱਤਾ ਹੈ। ਤੇ ਇਹ ਬਹੁਤ ਵਿਰਲਾਪ ਕਰਦੇ ਹੋਣਗੇ। ਫਿਰ ਦੂਰੀ ਦੇ ਵਿੱਚ ਨੇੜਤਾ ਹੋਣ ਦੀ ਆਕਾਂਸ਼ਾ ਪੈਦਾ ਹੁੰਦੀ। ਦੂਰੀ 'ਚ ਹੀ ਪਤਾ ਲੱਗਦਾ ਹੈ ਪ੍ਰੇਮ ਕੀ ਚੀਜ਼ ਹੈ, ਨੇੜਤਾ ਦੇ ਵਿੱਚ ਨਹੀਂ ਪਤਾ ਲੱਗਦਾ। ਵਿਛੋੜੇ 'ਚ ਹੀ ਪਤਾ ਲੱਗਦਾ ਹੈ ਕਿ ਪ੍ਰੇਮ ਦੀ ਕਸ਼ਿਸ਼ ਕੈਸੀ ਹੈ। ਤੇ ਉਹਨਾਂ ਨੇ ਜਾਣਿਆ ਵੀ ਗੁਰੂ ਤੇ ਸਾਡੇ ਨਾਲ ਇੰਨਾ ਪ੍ਰੇਮ ਕਰਦੇ ਸੀ, ਸਾਨੂੰ ਆਪ ਖੁਦ ਘਰੋਂ ਸੱਦਣ ਵਾਸਤੇ ਆਏ, ਅਸੀਂ ਮੂਰਖ ਉਹਨਾਂ ਦੀ ਫਿਰ ਵੀ ਗੱਲ ਨਹੀਂ ਮੰਨੀ। ਬਹੁਤ ਪਛਤਾਉਂਦੇ ਹੋਣਗੇ। ਤੋ ਗਹਿਰੇ ਤੜਫ ਦੇ ਵਿੱਚੋਂ, ਪਛਤਾਵੇ ਦੇ ਵਿੱਚੋਂ, ਵੈਰਾਗ ਦੇ ਵਿੱਚੋਂ ਪੁਕਾਰ ਵੀ ਉੱਠੀ। ਫਿਰ ਉਹ ਪੁਕਾਰ ਇੱਕ ਸਿੱਖ ਨੇ ਸੁਣੀ, ਹੋਰ ਕਿਸੇ ਨੇ ਨਹੀਂ ਸੁਣੀ ਹੈ। ਕਿਉਂਕਿ ਨਿੰਦਕ ਦਾ ਕੌਣ ਭਲਾ ਕਰੇ। ਜਿਹੜਾ ਗੁਰੂ ਦਾ ਵਿਰੋਧੀ ਹੈ, ਉਹਦਾ ਕੌਣ ਭਲਾ ਕਰੇ।
ਨਿੰਦਕਾਂ ਦੀ ਤੇ ਲੋਕ ਨਿੰਦਾ ਕਰਦੇ ਹਨ ਨਾ। ਆਹ ਦੇਖੋ, ਇੱਕ ਵੀਡੀਓ ਪਾਈ ਹੋਈ ਹੈ, ਕੋਈ ਸਾਧੂ ਇੱਕ ਬੱਚੇ ਨੂੰ ਕੁੱਟ ਰਿਹਾ ਹੈ ਤੇ ਪਾਉਣ ਵਾਲੇ ਨੇ ਕਿਹਾ ਹੈ ਖੂਬ ਸ਼ੇਅਰ ਕਰ ਦਿਓ, ਬਾਬਿਆਂ ਦਾ ਪਤਾ ਲੱਗ ਜਾ। ਇਹ ਤੁਸੀਂ ਭਲਾ ਕਰ ਰਹੇ ਹੋ? ਭਲਾ ਕਰਨਾ ਹੈ ਨਾ ਤੇ ਭਾਈ ਲੱਦੇ ਜੀ ਕੋਲ ਪੁੱਛੋ। ਭਲਾ ਕਰਨ ਦੀ ਸਿੱਖਿਆ ਉਹ ਦੇ ਰਹੇ ਹਨ। ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗਈ, ਪੱਲੇ ਸਭ ਕੁਛ ਪਾਏ। ਦੂਸਰਿਆਂ ਦੇ ਵਿੱਚ ਊਣਤਾਈਆਂ ਦੇਖਣੀਆਂ, ਨਿੰਦਾ ਕਰਨੀ। ਨਿੰਦਾ ਨੂੰ ਇਸੇ ਕਰਕੇ ਬੁਰਾ ਕਿਹਾ ਹੈ, ਨਿੰਦਾ ਭਲੇ ਕਿਸੇ ਕੀ ਨਾਹੀਂ, ਮਨਮੁਖ ਮੁਗਤ ਕਰਨ, ਮੂੰਹ ਕਾਲੇ ਤੇ ਨਿੰਦਕਾਂ ਨਰਕੇ ਘੋਰ ਪਵਨ। ਤੇ ਆ ਜਿਹੜਾ ਤੁਸੀਂ ਸ਼ੇਅਰ ਕਰਨ ਵਾਸਤੇ ਕਹਿ ਰਹੇ ਹੋ ਤੇ ਨਿੰਦਾ ਹੀ ਹੈ ਨਾ। ਇਹ ਕੀ ਹੈ? ਗੁਰੂ ਨਾਨਕ ਦੇ ਦਰ ਦੇ ਉੱਤੇ ਤੇ ਗੱਲ ਉਲਟੀ ਹੈ। ਦੋ ਢੰਗ ਦੇ ਨਾਲ ਤੁਸੀਂ ਸੰਸਾਰ ਦੇ ਨਾਲ ਜੁੜ ਜਾਂਦੇ ਹੋ ਤੇ ਦੁੱਖ ਪਾਉਂਦੇ ਹੋ। ਇੱਕ ਹੈ ਮੋਹ ਤੇ ਦੂਸਰੀ ਹੈ ਈਰਖਾ। ਈਰਖਾ ਕਰਕੇ ਵੀ ਤੁਸੀਂ ਦੂਸਰੇ ਨਾਲ ਜੁੜ ਜਾਂਦੇ ਹੋ, ਨਿੰਦਾ ਕਰਕੇ ਵੀ ਤੁਸੀਂ ਦੂਸਰੇ ਨਾਲ ਜੁੜ ਜਾਂਦੇ ਹੋ। ਫਿਰ ਜਿਹਦੇ ਨਾਲ ਜੁੜਦੇ ਹੋ ਉਹਦੇ ਬਾਰੇ ਸੋਚਦੇ ਹੋ ਤੇ ਤੁਹਾਡੀ ਬਿਰਤੀ ਦੇ ਵਿੱਚ ਵਿਕਾਰ ਪੈਦਾ ਹੁੰਦੇ ਹਨ। ਜਿਹਦੇ ਨਾਲ ਮੋਹ ਹੈ ਉਹਦੇ ਬਾਰੇ ਵੀ ਤੁਸੀਂ ਸੋਚਦੇ ਹੋ, ਉਹਦੇ ਗੁਣ ਸੋਚਦੇ ਹੋ, ਭਾਵੇਂ ਉਹਦੇ 'ਚ ਕਿੰਨੇ ਵੀ ਔਗਣ ਹੋਣ ਉਹ ਨਹੀਂ ਦਿਖਦੇ ਹਨ। ਮਾਵਾਂ ਨੂੰ ਆਪਣੇ ਪੁੱਤਾਂ ਦੇ ਵਿੱਚ ਔਗਣ ਥੋੜ੍ਹੇ ਦਿਖਾਈ ਦਿੰਦੇ ਹਨ, ਮੋਹ ਹੈ ਨਾ, ਗੁਣਾਂ ਦੀ ਚਰਚਾ ਕਰਦੇ। ਤੇ ਵਿਰੋਧੀ ਜਿਹੜੇ ਬੱਚੇ ਹਨ ਲਾਗੇ ਮਾਤਾ ਪਿਤਾ ਦੇ, ਉਹਨਾਂ 'ਚ ਔਗਣ ਹੀ ਔਗਣ ਦਿਖਾਈ ਦਿੰਦੇ। ਤੇ ਔਗਣ ਜਿਹੜਾ ਦਿਖਦਾ ਹੈ ਨਾ ਬਾਹਰ ਦੂਸਰਿਆਂ ਦੇ ਵਿੱਚ, ਤੇ ਉਹ ਫਿਰ ਨਿੰਦਾ ਕਰਨ ਲੱਗ ਜਾਂਦਾ ਤੇ ਫਿਰ ਉਹਨਾਂ ਨਾਲ ਜੁੜ ਜਾਂਦਾ ਹੈ ਜਿਨ੍ਹਾਂ ਦੀ ਉਹ ਨਿੰਦਾ ਕਰਦਾ ਹੈ, ਕਿਉਂਕਿ ਸੋਚ ਉਹਨਾਂ ਬਾਰੇ ਰਿਹਾ ਹੈ ਨਾ। ਜਿਹਦੇ ਬਾਰੇ ਤੁਸੀਂ ਸੋਚਦੇ ਹੋ ਨਾ ਵੈਸੇ ਤੁਸੀਂ ਹੋ ਜਾਂਦੇ ਹੋ। ਜੈਸਾ ਸੇਵੇ ਤੈਸੋ ਹੋਏ। ਇਸ ਕਰਕੇ ਦੁਸ਼ਮਣ ਨੂੰ ਸੋਚਣ ਵਾਲਾ ਦੁਸ਼ਮਣ ਵਰਗਾ ਹੀ ਹੋ ਜਾਂਦਾ ਹੈ ਬੰਦਾ, ਕਿਉਂਕਿ ਅੱਠੇ ਪੈਰ ਚਿੰਤਨ ਕਰਦਾ ਹਜੇ ਤਾਂ ਵੈਸਾ ਹੀ ਹੋਵੇਗਾ। ਤੇ ਦੂਸਰਿਆਂ ਦੇ ਔਗਣ ਦੇਖਣ ਵਾਲਾ ਨਿੰਦਕ ਕਦੀ ਵੀ ਸ਼ਾਂਤ ਨਹੀਂ ਹੋ ਸਕਦਾ। ਇਹ ਤੇ ਇਉਂ ਹੀ ਹੋ ਗਿਆ ਜਿਵੇਂ ਬਹੁਤ ਸੁੰਦਰ ਕਿਸੇ ਨੇ ਪੇਂਟਿੰਗ ਬਣਾਈ ਹੋਈ ਸੀ ਤੇ ਕੀੜੀ ਇੱਕ ਉਹਦੇ ਵਿੱਚ ਖੁੱਡ ਲੱਭ ਰਹੀ ਹੈ ਕਿਤੇ ਵੜਨ ਵਾਸਤੇ। ਉਹ ਪੇਂਟਿੰਗ ਥੋੜ੍ਹੀ ਦੇਖਦੀ, ਬਹੁਤ ਸੋਹਣਾ ਚਿੱਤਰ ਬਣਿਆ ਹੋ, ਊਣਤਾ ਹੀ ਲੱਭਦੀ, ਖੁੱਡ ਲੱਭਦੀ, ਛਿੱਦਰ ਲੱਭਦੀ। ਤੇ ਕਈਆਂ ਦੀ ਇਹੋ ਜਿਹੀ ਆਦਤ ਹੁੰਦੀ, ਇਹੋ ਜਿਹੀ ਬਿਰਤੀ ਹੁੰਦੀ, ਉਹ ਹਰ ਇੱਕ ਦੀ ਊਣਤਾ ਹੀ ਲੱਭੀ ਜਾਂਦੇ। ਰਾਜਨੀਤਿਕ ਲੋਕ ਤੇ ਕਰਦੇ ਹੀ ਹਨ ਇੱਦਾਂ, ਧਾਰਮਿਕ ਲੋਕ ਵੀ ਇੱਦਾਂ ਹੀ ਕਰ ਰਹੇ। ਤੇ ਜਿਹੜੇ ਪ੍ਰਭੂ ਦੇ ਪਿਆਰੇ ਹਨ ਨਾ, ਉਹ ਬੁਰੇ ਦੇ ਵਿੱਚ ਵੀ ਕੋਈ ਨਾ ਕੋਈ ਗੁਣ ਲੱਭ ਲੈਂਦੇ ਹਨ। ਬੁਰੇ ਤੋਂ ਬੁਰੇ ਦੇ ਵਿੱਚ ਵੀ ਕੋਈ ਨਾ ਕੋਈ ਗੁਣ ਹੁੰਦਾ ਹੈ, ਉਹ ਗੁਣ ਲੱਭ ਲੈਂਦੇ ਹਨ। ਔਗਣਾਂ ਵੱਲੋਂ ਖਿਆਲ ਹੀ ਨਹੀਂ ਕਰਦੇ। ਤੇ ਜਿਹੜਾ ਗੁਣਾਂ ਨੂੰ ਲੱਭਦਾ ਹੈ ਨਾ ਉਹਦੇ ਕੋਲ ਫਿਰ ਗੁਣ ਆਉਂਦੇ ਹਨ।
ਤੇ ਬੁਰੇ ਦਾ ਭਲਾ ਕਰਦੇ ਹਨ ਗੁਰਮੁਖ ਪਿਆਰੇ। ਬੁਰੇ ਦਾ ਭਲਾ ਕਰ ਗੁੱਸਾ ਮਨ ਹੰਡਾਏ। ਬੁਰੇ ਦਾ ਭਲਾ ਬਹੁਤ ਔਖਾ ਹੈ, ਜਿਵੇਂ ਭਾਈ ਸਾਹਿਬ ਭਾਈ ਲੱਦੇ ਜੀ ਨੇ ਕੀਤਾ। ਸਾਰੇ ਹੀ ਸਿੱਖ ਉਹਨਾਂ ਦੀ ਨਿੰਦਾ ਕਰ ਰਹੇ ਸਨ। ਤੇ ਵਿਰੋਧ ਕਰਦੇ ਸਨ। ਪਰ ਭਾਈ ਲੱਦੇ ਨੂੰ ਜਦੋਂ ਕਿਹਾ ਨਾ, ਇਤਿਹਾਸਕਾਰ ਲਿਖਦੇ ਹਨ ਵੀ ਲਾਹੌਰ ਤੋਂ ਉਹ ਮੂੰਹ ਕਾਲਾ ਕਰਕੇ ਖੋਤੇ ਤੇ ਚੜ੍ਹ ਕੇ ਅੰਮ੍ਰਿਤਸਰ ਸਾਹਿਬ ਆਇਆ। ਤੇ ਉਸ ਸਮੇਂ ਇਹ ਕੰਮ ਉਹਦੇ ਨਾਲ ਕੀਤਾ ਜਾਂਦਾ ਸੀ ਜਿਹੜਾ ਬਹੁਤ ਗੁਨਾਹਗਾਰ ਹੈ, ਜਿਹਨੂੰ ਕਾਫਰ ਕਹਿੰਦੇ ਸਨ ਮੁਸਲਮਾਨ। ਬਹੁਤ ਵੱਡਾ ਪਾਪ ਕੀਤਾ ਹੈ ਨਾ, ਉਹਨੂੰ ਇਸ ਢੰਗ ਦੇ ਨਾਲ ਖੋਤੇ ਤੇ ਬਿਠਾ ਕੇ ਮੂੰਹ ਕਾਲਾ ਕਰਕੇ ਘੁਮਾਇਆ ਜਾਂਦਾ ਸੀ ਵੀ ਦੇਖ ਲਓ ਇਹ ਐਸਾ ਬੰਦਾ ਬੁਰਾ ਹੈ। ਤੇ ਭਾਈ ਲੱਦਾ ਜੀ ਬੁਰਿਆਂ ਨੂੰ ਬਖਸ਼ਾਉਣ ਵਾਸਤੇ ਆਪਣੇ ਆਪ ਬੁਰਾ ਬਣ ਕੇ ਵੀ ਤੁਰ ਪਏ। ਇਹ ਹੈ ਵਾਸਤਵਿਕ ਗੁਰਸਿੱਖ ਦੀ ਕਰਨੀ। ਦੂਸਰੇ ਦੇ ਭਲੇ ਵਾਸਤੇ ਆਪਣਾ ਆਪ ਵੀ ਕੁਰਬਾਨ ਕਰ ਦਿੰਦੇ। ਇਹ ਮੈਂ ਇਤਿਹਾਸ ਨਹੀਂ ਸੁਣਾ ਰਿਹਾ ਹਾਂ, ਮੈਂ ਕਹਿੰਦਾ ਭਾਈ ਲੱਦੇ ਜੀ ਵਰਗੇ ਬਣੋ, ਪਰਉਪਕਾਰੀ ਸਿੱਖ। ਨਿੰਦਾ ਨਾ ਕਰੋ ਦੂਸਰਿਆਂ ਦੀ, ਕਿਉਂਕਿ ਸਾਰਿਆਂ 'ਚ ਪਰਮਾਤਮਾ ਵਰਤ ਰਿਹਾ ਹੈ। ਬੁਰਾ ਭਲਾ ਕਹੋ ਕਿਸ ਨੂੰ ਕਹੀਏ ਤੁਝ ਬਿਨ ਕੋਈ। ਜੇ ਕਰ ਹੀ ਸਕਦੇ ਹੋ ਤੇ ਭਲਾ ਕਰ। ਤੇ ਭਾਈ ਲੱਦਾ ਜੀ ਜਦੋਂ ਆਏ ਨਾ ਗੁਰੂ ਸਾਹਿਬ ਜੀ ਦੇ ਕੋਲ, ਤੇ ਗੁਰੂ ਸਾਹਿਬ ਜੀ ਕਹਿੰਦੇ ਆਪ ਉਹਨਾਂ ਨੂੰ ਮਿਲਣ ਵਾਸਤੇ ਬਾਹਰ ਗਏ ਹਨ। ਆਉਂਦੇ ਨੂੰ ਹੀ ਰੋਕ ਕੇ ਤੇ ਗਲ ਬੱਕੜੀ 'ਚ ਲਿਆ ਹੈ ਆਪਣੇ ਪਿਆਰੇ ਗੁਰਸਿੱਖ। ਤੇ ਕਿਹਾ ਲੱਦਿਆ ਤੂੰ ਇਹ ਕੀ ਕੀਤਾ ਹੈ? ਤੂੰ ਤੇ ਉੱਦਾਂ ਹੀ ਕਹਿ ਦਿੰਦਾ। ਫਿਰ ਜਦੋਂ ਗੁਰੂ ਨੇ ਬਖਸ਼ਿਆ ਹੈ ਨਾ ਸੱਤੇ ਤੇ ਬਲਵੰਡ ਨੂੰ, ਮਿਹਰ ਦੀ ਨਿਗਾਹ ਕੀਤੀ ਹੈ, ਉਹਨਾਂ ਨੇ ਗੌਰ ਦੇ ਨਾਲ ਜਦੋਂ ਗੁਰੂ ਸਾਹਿਬ ਜੀ ਨੂੰ ਤੱਕਿਆ ਨਾ, ਗੁਰ ਡਿੱਠਾ ਤਾਂ ਮਨ ਸਾਧਾਰਿਆ। ਜਦੋਂ ਦੇਖਿਆ ਗੁਰੂ ਨੂੰ ਨਾ ਤੇ ਮਨ ਸਾਧਾਰਿਆ, ਭਾਵ ਕਿ ਮਨ ਗਿਆ, ਮਨ ਨਹੀਂ ਰਹਿ ਗਿਆ। ਜਦੋਂ ਗੁਰੂ ਨੂੰ ਦੇਖ ਲਿਆ, ਗੁਰੂ ਨੂੰ ਤੇ ਪਹਿਲਾਂ ਵੀ ਦੇਖਦੇ ਸਨ, ਪਰ ਪਹਿਲਾਂ ਦੇਖਦੇ ਸਨ ਬਾਹਰੋਂ, ਸਰੀਰ ਕਰਕੇ, ਆਮ ਮਨੁੱਖ ਦੀ ਤਰ੍ਹਾਂ, ਆਮ ਬੰਦੇ ਦੀ ਤਰ੍ਹਾਂ। ਅੱਜ ਗੁਰੂ ਦਾ ਰੂਪ ਦੇਖਿਆ ਹੈ ਨਾ, ਤਾਂ ਉਹਨਾਂ ਨੂੰ ਬਾਹਰੋਂ ਦਿਖਾਈ ਨਹੀਂ ਦੇ ਰਿਹਾ ਹੈ, ਉਹਨਾਂ ਨੂੰ ਅੰਦਰੋਂ ਦਿਖਾਈ ਦਿੱਤਾ। ਨਾਨਕ ਤੂੰ ਹੈ ਲਹਿਣਾ ਤੂੰ, ਗੁਰ ਅਮਰ ਤੂੰ ਵਿਚਾਰਿਆ। ਤੂੰ ਹੀ ਹੈ, ਤੂੰ ਹੀ ਹੈ। ਗੁਰੂ ਨਾਨਕ ਤੂੰ ਹੀ ਹੈ ਲਹਿਣਾ, ਤੂੰ ਹੀ ਹੈ ਗੁਰੂ ਅਮਰਦਾਸ, ਤੂੰ ਹੀ ਹੈ ਪਰਮਾਤਮ ਸਰੂਪ। ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿਨੇ ਸਵਾਰਿਆ। ਧੰਨ ਹੈ ਤੂੰ, ਤੂੰ ਹੀ ਪੈਦਾ ਕੀਤਾ ਹੈ ਸਭ ਕੁਛ, ਤੇ ਤੂੰ ਹੀ ਸਵਾਰ ਰਿਹਾ। ਇਹਦਾ ਕੀ ਭਾਵ ਹੋਇਆ ਵੀ ਉਹਨਾਂ ਨੂੰ ਗੁਰੂ ਦੇ ਵਿੱਚ ਪਰਮਾਤਮਾ ਨਜ਼ਰ ਆ ਗਈ। ਜਦੋਂ ਗੁਰੂ ਦੇ ਵਿੱਚ ਪਰਮਾਤਮਾ ਨਜ਼ਰ ਆ ਜਾਵੇ ਨਾ ਸਿੱਖ ਨੂੰ, ਫਿਰ ਸਾਰੀ ਜਗ੍ਹਾ ਪਰਮਾਤਮਾ ਨਜ਼ਰ ਆ ਜਾਂਦਾ, ਕਿਉਂਕਿ ਇੱਕ ਦੇ ਵਿੱਚ ਪਰਮਾਤਮਾ ਨਜ਼ਰ ਆ ਗਿਆ
ਫਿਰ ਉਹ ਹੀ ਦ੍ਰਿਸ਼ਟੀ ਦੂਸਰੇ ਵੱਲ ਹੋਵੇਗੀ ਤੇ ਉਹਦੇ ਵਿੱਚ ਵੀ ਆਵੇਗਾ ਹੀ ਨਾ। ਜਿਹੜੇ ਪ੍ਰੇਮ ਦੇ ਨਾਲ, ਸ਼ਰਧਾ ਦੇ ਨਾਲ, ਭਾਵਨਾ ਦੇ ਨਾਲ ਗੁਰੂ ਨੂੰ ਦੇਖ ਲਿਆ ਤੇ ਗੁਰੂ ਦੇ ਵਿੱਚ ਪਰਮਾਤਮਾ ਨਜ਼ਰ ਆਏ। ਤੇ ਸਾਰਿਆਂ ਨੂੰ ਤਾਂ ਨਹੀਂ ਆਇਆ ਹੈ, ਕਿਉਂਕਿ ਬਾਕੀ ਸਾਰੇ ਬਾਹਰੋਂ ਦੇਖ ਰਹੇ ਸਨ ਗੁਰੂ ਦੇ ਸਰੀਰ ਨੂੰ। ਉਸ ਸਮੇਂ ਵੀ ਜਿਹੜੇ ਸਿੱਖ ਗੁਰੂ ਦੇ ਸਰੀਰ ਦੇ ਨਾਲ ਜੁੜਦੇ ਸਨ ਨਾ, ਉਹ ਮੁਕਤ ਥੋੜ੍ਹੀ ਹੁੰਦੇ ਸਨ ਜਦੋਂ ਗੁਰੂ ਸਨ ਵੀ। ਇਸ ਕਰਕੇ ਗੁਰੂਆਂ ਨੇ ਕਿਹਾ ਵੀ ਹੈ, ਗੁਰ ਸਤਿਗੁਰ ਕੋ ਸਭ ਕੋ ਦੇਖਦਾ, ਜੇਤਾ ਜਗਤ ਸੰਸਾਰ, ਡਿੱਠੇ ਮੁਕਤ ਨਾ ਹੋਵਈ, ਵਿਚਰ ਸ਼ਬਦ ਨਾ ਧਰੇ ਵਿਚਾਰ। ਵੀ ਸਾਨੂੰ ਤੇ ਸਾਰੀ ਦੁਨੀਆ ਦੇਖ ਰਹੀ ਹੈ, ਆਉਂਦੇ ਹੀ ਹਨ ਲੋਕ ਦਰਸ਼ਨ ਕਰਨ ਵਾਸਤੇ, ਤੇ ਦੇਖਿਆ ਥੋੜ੍ਹੀ ਮੁਕਤ ਹੋ ਜਾਣ। ਜੋ ਅਸੀਂ ਕਹਿ ਰਹੇ ਹਾਂ, ਅੱਖਾਂ ਦੇਖਦੀਆਂ ਹਨ ਸਰੀਰ ਵੱਲ, ਬਾਹਰ ਸਰੀਰ ਦੇ ਨਾਲ ਜੁੜ ਜਾਂਦਾ ਹੈ ਆਦਮੀ, ਪਰ ਗੁਰੂ ਸ਼ਬਦ ਦੁਆਰਾ ਆਪਣੇ ਨਾਲ ਜੋੜ ਦਿੰਦਾ ਹੈ। ਗੁਰੂ ਸ਼ਬਦ ਦੁਆਰਾ, ਸ਼ਬਦ ਦਾ ਉਪਦੇਸ਼ ਦੇ ਕੇ, ਸ਼ਬਦ ਨਾਲ ਸਮਝਾ ਕੇ, ਸ਼ਬਦ ਦੁਆਰਾ ਆਪਣੇ ਆਪ ਦੇ ਨਾਲ ਜੋੜਦਾ ਹੈ, ਸਰੀਰ ਨਾਲ ਨਹੀਂ ਜੋੜਦਾ। ਇਸੇ ਕਰਕੇ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ, ਸਾਡੀ ਕੋਈ ਜਗ੍ਹਾ ਨਹੀਂ ਬਣਾਉਣੀ। ਗੁਰੂ ਗੋਬਿੰਦ ਸਿੰਘ ਨੇ ਵੀ ਕਿਹਾ ਸੀ, ਸਰੀਰਾਂ ਦੇ ਨਾਲ ਤੇ ਕੋਈ ਵੀ ਨਹੀਂ ਜੋੜਦਾ ਹੈ ਪ੍ਰਭੂ ਦਾ ਪਿਆਰਾ ਗੁਰੂ। ਤੇ ਸਰੀਰ ਦੇ ਨਾਲ ਜਦੋਂ ਉਦੋਂ ਜੁੜਦੇ ਸਨ ਨਾ ਸਿੱਖ, ਉਦੋਂ ਵੀ ਮੁਕਤ ਨਹੀਂ ਹੁੰਦੇ ਸਨ। ਤੇ ਹੁਣ ਵੀ, ਹੁਣ ਉਪਦੇਸ਼ ਤੇ ਗੁਰੂਆਂ ਦਾ ਉਹੋ ਹੀ ਹੈ, ਹੁਣ ਵੀ ਮੌਜੂਦ। ਪਰ ਹੁਣ ਜਿਹੜੇ ਉਪਦੇਸ਼ ਪੜ੍ਹਦੇ ਹਨ ਨਾ, ਉਹ ਉਪਦੇਸ਼ ਦੇ ਨਾਲ ਨਹੀਂ ਜੁੜਦੇ ਹਨ। ਜਿਨ੍ਹਾਂ ਨੇ ਉਪਦੇਸ਼ ਲਿਖਿਆ ਹੋਇਆ ਹੈ, ਉਸ ਨੂੰ ਪੜ੍ਹ ਕੇ ਤੇ ਕਲਪਨਾ ਕਰਦੇ ਹਨ ਗੁਰੂਆਂ ਦੀ, ਤੇ ਉਸ ਕਲਪਨਾ ਦੇ ਨਾਲ ਜੁੜ ਜਾਂਦੇ ਹਨ ਵੀ ਗੁਰੂ ਐਸੇ ਸਨ। ਉਸ ਖਿਆਲ ਦੇ ਨਾਲ ਜੁੜ ਜਾਂਦੇ ਹਨ, ਕਿਉਂਕਿ ਗੁਰਬਾਣੀ ਦਾ ਤਾਂ ਕੋਈ ਆਕਾਰ ਹੈ ਨਹੀਂ। ਵਾਹੋ ਵਾਹੋ ਬਾਣੀ ਨਿਰੰਕਾਰ, ਇਹਦਾ ਤਾਂ ਕੋਈ ਆਕਾਰ ਹੀ ਨਹੀਂ ਹੈ ਸ਼ਬਦ ਦਾ। ਤੇ ਸ਼ਬਦ ਨੂੰ ਪੜ੍ਹ ਕੇ ਤੇ ਉਹ ਆਕਾਰ ਚਿਤਵਦੇ ਹਨ, ਅੰਦਰ ਸੋਚਦੇ ਹਨ, ਤੇ ਉਸ ਆਕਾਰ ਨਾਲ ਜੁੜ ਜਾਂਦੇ। ਫਿਰ ਉਸ ਆਕਾਰ ਤੋਂ ਮੁਕਤ ਨਹੀਂ ਹੋ ਸਕਦੇ, ਕਿਉਂਕਿ ਉਸ ਆਕਾਰ ਤੋਂ ਮੁਕਤ ਕਰਨ ਵਾਲਾ ਵੀ ਕੋਈ ਚਾਹੀਦਾ। ਉਹ ਆਕਾਰ ਵੀ ਤੁਹਾਡਾ ਹੀ ਹੈ। ਖਿਆਲ ਵਿੱਚ ਰੱਖਣਾ, ਅਗਰ ਤੁਸੀਂ ਗੁਰੂ ਬਾਰੇ ਸੋਚ ਵੀ ਰਹੇ ਹੋ ਨਾ, ਕੋਈ ਕਲਪਨਾ ਵੀ ਕਰ ਰਹੇ ਹੋ, ਉਹ ਵੀ ਤੁਹਾਡੀ ਹੈ। ਹੁਣ ਕੋਈ ਜਾ ਕੇ ਸਿੱਖ ਅਰਦਾਸ ਕਰਦਾ ਹੈ, ਧੰਨ ਧੰਨ ਰਾਮਦਾਸ ਗੁਰ, ਜਿਨ ਸੜਿਆ ਤਿਨੇ ਸਵਾਰਿਆ, ਤੋ ਸੋਚਦਾ ਹੈ ਗੁਰੂ ਰਾਮਦਾਸ ਜੀ ਇਸ ਸਥਾਨ 'ਤੇ ਹਨ। ਇਹੋ ਖਿਆਲ ਹੈ ਨਾ ਸਿੱਖਾਂ ਦਾ। ਅਰਦਾਸ ਵੀ ਇਸ ਢੰਗ ਨਾਲ ਕਰਦੇ। ਪਰ ਜਿਹੜੇ ਗੁਰੂ ਹਨ ਨਾ, ਉਹ ਕਿਸੇ ਸਥਾਨ 'ਤੇ ਨਹੀਂ ਹਨ, ਉਹ ਸਾਰੇ ਸਥਾਨਾਂ ਤੋਂ ਮੁਕਤ ਹਨ। ਜਿਹੜੇ ਸਥਾਨ ਤੋਂ ਮੁਕਤ ਹੋ ਜਾਂਦੇ ਹਨ, ਉਹੋ ਹੀ ਗੁਰੂ ਹੁੰਦੇ। ਉਹ ਤੇ ਸੂਰਜ ਕਿਰਨ ਮਿਲੇ, ਜਲ ਕਾ ਜਲ ਹੂਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਜਿਵੇਂ ਬੂੰਦ ਸਾਗਰ ਦੇ ਵਿੱਚ ਮਿਲ ਗਈ ਤੇ ਸਾਗਰ ਦਾ ਰੂਪ, ਇੱਦਾਂ ਹੀ ਉਹ ਪਰਮਾਤਮਾ ਦੇ ਵਿੱਚ ਮਿਲ ਗਏ ਤੇ ਪਰਮਾਤਮਾ ਦਾ ਰੂਪ ਹੋ ਗਏ। ਉਹ ਇੱਕ ਜਗ੍ਹਾ ਥੋੜ੍ਹੀ ਬੈਠੇ ਹੋਏ ਆ, ਇੱਕ ਜਗ੍ਹਾ ਤੇ ਭੂਤ ਪ੍ਰੇਤ ਬਹਿੰਦੇ ਹਨ, ਗੁਰੂ ਥੋੜ੍ਹੀ ਬਹਿੰਦੇ ਹਨ, ਅਵਤਾਰੀ ਪੁਰਸ਼ ਥੋੜ੍ਹੀ ਬਹਿੰਦੇ ਹਨ। ਉਹ ਤੇ ਪਰਮਾਤਮਾ 'ਚ ਭੇਦ ਹਨ। ਜਿੱਥੇ ਮਰਜ਼ੀ ਉਹਨਾਂ ਨੂੰ ਯਾਦ ਕਰੋ, ਜਿਵੇਂ ਪਰਮਾਤਮਾ ਨੂੰ ਯਾਦ ਕਰੋ ਹਰ ਜਗ੍ਹਾ ਹੀ, ਇੱਦਾਂ ਗੁਰੂ ਵੀ ਹਰ ਜਗ੍ਹਾ ਹੀ। ਜਿੰਨਾ ਚਿਰ ਤੱਕ ਸਿੱਖ ਗੁਰੂ ਨੂੰ ਪਰਮਾਤਮਾ ਸਰੂਪ ਨਹੀਂ ਨਾ ਸਮਝ ਲੈਂਦਾ, ਉਹਨਾਂ ਚਿਰ ਮੁਕਤ ਨਹੀਂ ਹੋ ਸਕਦਾ।
ਫਿਰ ਅਜੋਕੇ ਸਮੇਂ 'ਚ ਜਿਹੜੇ ਸਿੱਖ ਉਪਦੇਸ਼ ਦੁਆਰਾ ਉਹ ਆਕਾਰ ਦੇ ਨਾਲ ਜੁੜ ਜਾਂਦੇ ਹਨ, ਕਲਪਨਾ ਕਰ ਲੈਂਦੇ ਹਨ ਗੁਰੂਆਂ ਦੀ, ਤੇ ਉਸ ਆਕਾਰ ਤੋਂ ਮੁਕਤ ਵੀ ਹੋਣਾ ਜ਼ਰੂਰੀ, ਕਿਉਂਕਿ ਨਿਰਾਕਾਰ ਦੇ ਮਾਰਗ ਤੇ ਕੋਈ ਵਿਰਲਾ ਹੀ ਜਾਂਦਾ ਹੈ। ਸ਼ਬਦ ਦਾ ਮਾਰਗ ਨਿਰਾਕਾਰ ਦਾ ਮਾਰਗ, ਇਹ ਖਿਆਲ ਵਿੱਚ ਰੱਖਣਾ ਹੈ। ਤੇ ਉਸ ਮਾਰਗ ਤੇ ਬਹੁਤ ਘੱਟ, ਕੋਈ ਵਿਰਲਾ ਹੀ ਜਾਂਦਾ ਹੈ। ਜ਼ਿਆਦਾਤਰ ਲੋਕ 99% ਕਹਿ ਲਈਏ ਉਹ ਆਕਾਰ ਦੇ ਮਾਰਗ 'ਤੇ ਹੀ ਜਾਂਦੇ ਹਨ, ਕਹਿ ਲਈਏ ਭਗਤੀ ਦੇ ਮਾਰਗ 'ਤੇ ਜਾਂਦੇ ਹਨ, ਸ਼ਰਧਾ ਦੇ ਮਾਰਗ 'ਤੇ ਜਾਂਦੇ। ਅਤੇ ਜਿਹੜੇ ਭਗਤੀ ਭਾਵਨਾ ਵਾਲੇ ਹਨ, ਸ਼ਰਧਾ ਵਾਲੇ ਹਨ, ਉਹ ਜੁੜਦੇ ਤੇ ਬਾਹਰ ਹੀ ਹਨ, ਖਿਆਲ ਵਿੱਚ ਰੱਖਣਾ। ਪਰ ਜਿਹਦੇ ਨਾਲ ਜੁੜ ਰਹੇ ਹਨ, ਅਗਰ ਉਹ ਮੁਕਤ ਹੈ, ਉਹ ਜੁੜਿਆ ਹੋਇਆ ਨਹੀਂ ਹੈ, ਤਾਂ ਦੂਸਰੇ ਨੂੰ ਵੀ ਮੁਕਤ ਕਰ ਦਿੰਦਾ ਹੈ। ਆਪ ਮੁਕਤ ਮੁਕਤ ਕਰੇ ਸੰਸਾਰ, ਤਿਸ ਜਨ ਕੋ ਸਦਾ ਨਮਸਕਾਰ। ਜਿਹੜਾ ਅਜੇ ਬੰਧਨ ਦੇ ਵਿੱਚ ਹੈ, ਸੰਸਾਰ ਦਾ ਬੰਧਨ ਹੈ, ਸਰੀਰ ਦਾ ਬੰਧਨ ਹੈ, ਵਾਸ਼ਨਾਵਾਂ ਦਾ ਬੰਧਨ ਹੈ, ਕਾਮਨਾਵਾਂ ਦਾ ਬੰਧਨ ਹੈ, ਜਿਹੜਾ ਬੰਧਨ ਦੇ ਵਿੱਚ ਹੈ ਉਹ ਦੂਸਰੇ ਨੂੰ ਬੰਧਨ ਦੇ ਵਿੱਚ ਪਾ ਦਿੰਦਾ ਹੈ। ਅਤੇ ਜਿਹੜਾ ਮੁਕਤ ਹੈ ਨਾ, ਉਹ ਦੂਸਰੇ ਨੂੰ ਮੁਕਤ ਕਰਦਾ ਹੈ, ਉਹ ਸਰੀਰ ਦੇ ਨਾਲ ਕਦੀ ਨਹੀਂ ਜੋੜਦਾ ਹੈ। ਜਿਹੜਾ ਮੁਕਤ ਹੈ ਨਾ ਸਰੀਰ ਤੋਂ, ਉਹ ਸਰੀਰ ਦੇ ਨਾਲ ਨਹੀਂ ਜੋੜਦਾ। ਇਸ ਕਰਕੇ ਉਹ ਸ਼ਬਦ ਦੇ ਦੁਆਰਾ ਆਪਣੇ ਸਰੂਪ ਦੇ ਨਾਲ ਜੋੜਦਾ ਹੈ, ਕਿਉਂਕਿ ਉਹ ਆਪ ਵੀ ਮੁਕਤ ਹੈ ਨਾ, ਉਹ ਸਰੀਰ ਨਹੀਂ ਹੈ। ਹੁਣ ਸੱਤਾ ਅਤੇ ਬਲਵੰਡਾ ਜਿਹੜੇ ਹਨ, ਉਹਨਾਂ ਨੇ ਵਾਸਤਵਿਕ ਸਰੂਪ ਗੁਰੂ ਸਾਹਿਬ ਜੀ ਦਾ ਦੇਖਿਆ ਹੈ ਵੀ ਇਹ ਸਰੀਰ ਤੋਂ ਮੁਕਤ ਖੜੇ ਹਨ। ਸਰੀਰ ਬਾਹਰ ਦਿਖ ਰਿਹਾ ਹੈ, ਪਰ ਇਹ ਸਰੀਰ ਥੋੜ੍ਹੀ ਹਨ, ਇਹ ਸਰੀਰ ਤੋਂ ਮੁਕਤ ਹਨ। ਸਰੀਰ ਇਹਨਾਂ ਦੁਆਰਾ ਚੱਲ ਰਿਹਾ ਹੈ, ਪਰ ਇਹ ਸਰੀਰ ਨਹੀਂ ਹਨ, ਇਹ ਨਿਰਾਕਾਰ ਹਨ, ਇਹ ਨਿਰੰਜਨ ਹਨ। ਤਾਂ ਉਹਨਾਂ ਨੂੰ ਜਿਹਨੂੰ ਨਿਰਾਕਾਰ ਨਿਰੰਜਨ ਪਰਮਾਤਮਾ ਦਾ ਦਰਸ਼ਨ ਹੋਏ ਨਾ, ਝਲਕ ਮਿਲੀ, ਫਿਰ ਉਹਨਾਂ ਨੇ ਇਹ ਵਾਰ ਗਾਈ ਹੈ। ਇਹ ਵਾਰ ਜਿਹੜੀ ਹੈ ਨਾ, ਉਹਨਾਂ ਦੀ ਗਹਿਰਾਈ ਦੇ ਵਿੱਚੋਂ, ਪ੍ਰੇਮ ਭਾਵਨਾ ਦੇ ਵਿੱਚੋਂ ਨਿਕਲੀ, ਤੇ ਬਹੁਤ ਪਿਆਰੀ ਹੈ।